को 25 दिन होने को आए हैं, लेकिन कोई नतीजा, कोई हल अब तक नहीं निकल पाया है। दिल्ली के अलग अलग सीमा पर किसान अपनी मांगों को लेकर डटे हुए हैं और हम इस वक्त अभी सिंघू बॉर्डर पर मौजूद है। दिसंबर की कड़ाके वाली ठंड है। 20 से ज़्यादा किसान ठंड से और बीमारी से अपनी जान गंवा चुके हैं और कई किसान बीमार पड़े हुए हैं, लेकिन सरकार अपने फैसले से टस से मस नहीं हो रही है। रात के इस वक्त 11 बज रहे हैं और किसान इसी तरह अपनी मांगों को लेकर जो सड़क पर है वो डटे हुए हैं। दिल्ली की अलग अलग सीमा पर इसी तरह किसान जो है अपनी मांगों को लेकर मौजूद है। किसानों से ही बात करते हैं। सर, आपका नाम क्या है? मैं सरदार परमजीत सिंह खालसा भाई, अमृत नाम नरिंਦਰ ਸਿੰਘ। ਕਿਰਪਾਨਾਂ ਤਰਾਉਣ ਲੱਗੇ ਤੇ ਫੌਜ 'ਚ 83 'ਚ ਭੋਪਾਲ ਸੀ ਟ੍ਰੇਨਿੰਗ ਕਰਦੇ ਤੇ ਕੋਰੋ ਫੀਐਮਬੀ ਦੇ ਵਿੱਚ। ਤੇ ਫਿਰ ਅਸੀਂ ਹਜੂਰ ਸਾਹਿਬ ਜਾ ਕੇ ਕਿਰਪਾਨ ਪਾ ਕੇ ਅੰਮ੍ਰਿਤ ਛਕ ਕੇ मतलब। अच्छा, आपसे जानना चाहूँगी, आपके आंदोलन को जो है 25 दिन होने को आए हैं, सरकार अपने फैसले से टस से मस नहीं हो रही है, इतनी ठंड है, तो ये हौसला कहीं कमज़ोर तो नहीं पड़ रहा? ਜਿਹੜਾ ਭਾਈ ਸੱਚ ਹੈ ਉਹਨੂੰ ਕੋਈ ਆਂਚ ਨਹੀਂ ਹੁੰਦੀ, ਸੱਚ ਨੂੰ ਕੋਈ ਡਰ ਨਹੀਂ ਹੁੰਦਾ, ਕੋਈ ਭੈ ਨਹੀਂ ਹੁੰਦੀ। ਇਹ ਸੱਚੇ ਧਰਤੀ ਪੁੱਤਰ ਕਿਸਾਨ ਬੈਠੇ ਹੈ। ਕੱਲੇ ਕਿਸਾਨ ਨਹੀਂ, ਕੱਲੇ ਮਜ਼ਦੂਰ ਨਹੀਂ। ਜਦ ਬਾਬੇ ਬ੍ਰਹਮਾ ਤੇ ਲੈ ਕੇ 4 ਯੁੱਗ ਨਹੀਂ 40 ਯੁੱਗ ਹੋ ਗਏ। 9 ਵਾਰ ਧਰਤੀ ਉੱਜੜ ਲਈ, ਹੁਣ 10 ਵਾਰ ਉੱਜੜ ਕੇ 10ਵੀਂ ਵਾਰ ਜਿਹੋ ਜਿਹਾ ਰਾਜ ਚੱਲ ਰਿਹਾ ਮੋਦੀ ਸਾਹਿਬ ਦਾ, ਇਹ 10ਵੀਂ ਵਾਰ ਉੱਜੜ ਕੇ 11ਵਾਂ ਯੁੱਗ ਕਲ ਸਤਯੁੱਗ ਸ਼ੁਰੂ ਹੋ ਜਾਣਾ। ਔਰ ਕਰਨ ਵਾਲੇ ਆਏ ਹੋਏ ਆ ਮਾਲਕ। ਆਪਾਂ ਜਿਹੜੀ ਤੁਸੀਂ ਸਵਾਲ ਪੁੱਛਿਆ ਤਾਂ ਵੀ ਇੰਨੇ ਦਿਨ ਹੋ ਗਏ ਵੀ ਜੋਸ਼ ਢਿੱਲਾ ਤਾਂ ਨਹੀਂ ਪੈ ਗਿਆ। ਜਿਹੜਾ ਸੱਚ ਹੁੰਦਾ ਇਹ ਤਾਂ ਹੁਣ ਜਦ ਮੋਦੀ ਸਾਹਿਬ ਨੇ ਕਾਨੂੰਨ ਬਣਾਤੇ ਇਹ ਜਿਹੇ ਵੀ ਗੌਤਮ ਅਡਾਨੀ ਉਹਨਾਂ ਦਾ ਸਾਰਾ ਹਿੰਦੁਸਤਾਨ, ਸਾਰਾ ਭਾਰਤ ਜ਼ਮੀਨਾਂ ਜਾਇਦਾਦਾਂ ਇਹਨਾਂ ਦੀਆਂ, ਪਲਾਟ ਮਕਾਨ ਦੁਕਾਨ, ਆੜਤੀ ਮਜ਼ਦੂਰ ਕਿਸਾਨ ਸਾਰਿਆਂ ਨੂੰ ਵੇਚ ਰਿਹਾ। ਉਹ ਜਦ ਉਹਨਾਂ ਦੇ ਅਸੀਂ ਮਰੇ ਵੀ ਹੈ, ਅਸੀਂ ਗਾਂਧੀ ਦੇ ਪੁੱਤ ਨਹੀਂ ਹੈ, ਅਸੀਂ ਕਲਗੀਧਰ ਗੁਰੂ ਗੋਬਿੰਦ ਸਿੰਘ ਜੀ ਨਾਲ ਸਰਬੰਸਦਾਨੀ ਦੇ ਪੁੱਤ ਹੈ। ਆ ਸਾਨੂੰ ਤਿਲਕ ਬ੍ਰਹਮਾ ਦਾ ਆ ਜਨੇਊ ਰਾਖਾ ਪ੍ਰਭਤਾਂਕਾ ਕੀਨੋ ਬੜੋ ਕੁਲ ਮਿਸਾਕਾ। ਗੁਰੂ ਤੇਗ ਬਹਾਦਰ ਜੀ ਦਾਦੇ ਪਿਤਾ ਦਾ ਅੱਜ ਜਿਹਨਾਂ ਦਿੱਲੀ ਸ਼ਹੀਦੀ ਦਿੱਤੀ, ਤਿਲਕ ਜਨੇਊ ਦੀ ਰੱਖਿਆ ਕਰੀ, ਉਹਨਾਂ ਦਾ ਜਾਂ ਅਸੀਂ ਸਾਰੇ ਹਿੰਦੁਸਤਾਨ ਦਾ ਧਰਮ ਬਚਾ ਸਕਦੇ ਹਾਂ। ਅਸੀਂ ਆਪਣੀਆਂ ਜ਼ਮੀਨਾਂ नहीं बचा सकते। ਜ਼ਮੀਨ ਸਾਡੀ ਧਰਤੀ ਮਾਂ है। अच्छा बाबा, आप इतनी तकलीफ उठा रहे हैं, जोश ठंडा नहीं पऊगा पुत्त, ये मरते दम मरे ते बाद भी नहीं ठंडा पऊगा। आप इतनी तकलीफ उठा रहे हैं, पिछले 25 दिनों से लगे हुए अपने हक की आवाज़ उठा रहे हैं, लेकिन सरकार की तरफ से जो है अभी तक लग रहा है कि अब तो वो अपने फैसले पर टस से मस नहीं होने वाली है। और दूसरा, आप लोगों को देश विरोधी जैसी बात जो है आप लोगों के लिए कही जा रही है, तो कैसा महसूस होता है ये सुनकर कि आप लोगों को ऐसा कहा जा रहा है? ਸਾਨੂੰ ਬੇਟੇ ਤੁਸੀਂ ਧੀਆਂ ਵਰਗੇ ਸਾਡੇ, ਸਾਨੂੰ ਇਹਦਾ ਇੰਨਾ ਦੁੱਖ ਹੁੰਦਾ। ਹੁਣ 4 ਦਿਨ ਪਹਿਲਾਂ ਤੁਹਾਨੂੰ ਪਤਾ ਬ੍ਰਹਮ ਗਿਆਨੀ ਸ਼੍ਰੀਮਾਨ ਸੰਤ ਬਾਬਾ ਰਾਮ ਸਿੰਘ ਜੀ ਕਰਨਾਲ ਵਾਲੇ, ਉਹ ਆਪਣੀ ਬਿਆਨ ਦੇ ਕੇ ਫਿਰ ਸੁਸਾਈਡ ਨੋਟ ਆਪਣੀ ਜੇਬ 'ਚ ਪਾ ਕੇ ਰੱਖਿਆ। ਸਵੇਰੇ ਸੰਤ ਅਮਰੀਕ ਸਿੰਘ ਕਾਰਸੇ ਵਾਲੇ ਜਿਹੜੇ ਬਾਬਾ ਜੀ, ਅਸੀਂ ਪਟਿਆਲੇ ਤੋਂ ਆਏ ਹਾਂ, ਪਟਿਆਲੇ ਤੋਂ ਆਏ ਹੋਏ ਆ, ਲੰਗਰ ਲੱਗਿਆ ਨਾਲੇ, ਉਹਨਾਂ ਦੇ 20 ਦਿਨ ਦੇ ਉਹ ਸੇਵਾ ਕਰਦੇ ਤੇ ਸੰਗਤ ਦੀ ਹਰ ਤਰ੍ਹਾਂ ਦੀ। ਉਹਨਾਂ ਨੇ ਸਵੇਰੇ ਦੀਵਾਨ ਦਿੱਤਾ ਲਾਇਆ, ਫਿਰ ਉਹੀ ਗੱਲ ਆਪਣੇ ਲਿਖੀ ਹੈ ਦੁਪਹਿਰ ਦਾ ਪ੍ਰਸ਼ਾਦਾ 'ਚ ਇੱਕ ਕਾਰ 'ਚ ਬੈਠ ਕੇ ਲਿਖ ਕੇ ਮੋਦੀ ਜਿਕਣ ਗੁਰੂ ਤੇਗ ਬਹਾਦਰ ਦੀ ਬਾਣੀ ਹੈ ਨਾ ਵੀ ਮੋਦੀ ਦੇ ਸਿਰ ਪਰ ਠੀਕਰ ਠੀਕਰ ਫੋਰ ਦਲੀਸ ਪਰ ਪ੍ਰਪਰ ਕੀਓ ਪਿਆਨ ਤੇਗ ਬਹਾਦਰ ਕੇ ਚਲਤ ਭਿਓ ਜਗਤ ਮੇ ਸੋਖ ਹੈ ਸਭ ਜਗ ਕਰੇ ਜੈ 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 ਸੁਰ ਲੋਕ। ਸਾਡੀ ਉੱਪਰਲੇ ਲੋਕਾਂ 'ਚ ਸਾਰੇ ਸੱਚਖੰਡ ਸਾਰੀ ਦੁਨੀਆ 'ਚ ਜੈ ਜੈ ਹੋ ਰਹੀ ਹੈ। ਮੋਦੀ ਸਾਹਿਬ ਦੀ ਕਿਰਕਰੀ ਹੋ ਰਹੀ ਹੈ, ਥੂ ਥੂ ਹੋ ਰਹੀ ਹੈ। ਇਸ ਕਰਕੇ ਇਹ ਗੱਲ ਦਬਣ ਵਾਲੀ ਨਹੀਂ, ਮਿਟਣ ਵਾਲੀ ਨਹੀਂ। ਅੱਜ ਕਰ ਦੇਵੇ, ਜਦ ਮਰਜ਼ੀ ਕਰ ਦੇਵੇ, ਅਸੀਂ ਧੂਣੇ ਗੱਡੀ ਬੈਠੇ ਹਾਂ। ਇਸ ਕਰਕੇ ਉਹ ਸੰਤ ਜੇ ਉਹਨਾਂ 'ਤੇ ਬਰਦਾਸ਼ਤ ਨਹੀਂ ਹੋਇਆ, ਜਿਕਣ ਤੁਸੀਂ ਕਹਿੰਦੇ, ਜੇ ਸਾਡੀ ਨਹੀਂ ਗੱਲ ਮੰਨਦਾ, ਇਹ ਜੋ ਰਾਜਾ ਹੁੰਦਾ ਹੈ, ਪ੍ਰਧਾਨ ਮੰਤਰੀ ਹੁੰਦਾ ਹੈ, ਉਹ ਪ੍ਰਜਾ ਦਾ ਪਿਤਾ ਹੁੰਦਾ ਹੈ, ਬਲਕਿ ਭਗਵਾਨ ਹੁੰਦਾ ਹੈ। ਇਹ ਕਿਹੋ ਜਿਹਾ ਪਿਤਾ ਮੋਦੀ ਜੀ? ਇਹਦਾ ਨਾਮ ਦਮੋਦਰ ਦਾਸ ਨਰਿੰਦਰ ਮੋਦੀ। ਇਹ ਕਿਹੜੇ ਦਮੋਦਰ ਦਾ ਦਾਸ ਹੈ? ਇਹ ਕਿਹੋ ਜਿਹਾ ਇਨਸਾਨ ਹੈ? ਇਹਨੇ ਭੇਖ ਧਾਰਿਆ ਸਤਿਗੁਰੂ ਰਵਿੰਦਰਨਾਥ ਟੈਗੋਰ ਵਾਂਗੂ, ਦਾੜੀ ਕੇ ਸਿੱਖਾਂ ਵਾਂਗੂ ਵਧਾਏ। ਇਹ शिव जी ਦੇ ਜਾਂਦਾ, ਹੋਰ ਮੰਦਰ ਰਾਮ ਮੰਦਰ ਬਣਾਇਆ। ਇਹ ਮੰਦਰਾਂ 'ਚ ਭਗਵਾਨ ਤਾਂ ਨਹੀਂ ਹੈ। ਇਹ ਦੇਸ਼ ਦੀ ਆਜ਼ਾਦੀ ਦੀ ਦੂਸਰੀ ਲੜਾਈ ਹੈ। ਇਹ ਕੋਈ ਕਿਸਾਨ ਦਾ ਮੁੱਦਾ ਨਹੀਂਗਾ। ਪੰਜਾਬ ਨੇ ਕੁਰਬਾਨੀਆਂ ਦੇ ਕੇ ਦੇਸ਼ ਆਜ਼ਾਦ ਕਰਾਇਆ ਅੰਗਰੇਜ਼ਾਂ ਤੋਂ। ਇਹ ਕਾਲੇ ਅੰਗਰੇਜ਼ ਆ ਗਏ ਹੁਣ, ਜਿਨ੍ਹਾਂ ਦਾ ਬਾਣਾ ਅੰਬਾਨੀ ਅਡਾਨੀ ਰਿਲਾਇੰਸ, ਇਹ ਸਾਰੇ ਕਾਲੇ ਅੰਗਰੇਜ਼ ਨੇ। ਇਹ ਕਾਲੇ ਅੰਗਰੇਜ਼ਾਂ ਨੂੰ ਭਜਾਉਣ ਵਾਸਤੇ ਅੱਜ ਨਿੱਜੀਕਰਨ ਦੇ ਖਿਲਾਫ ਇਹ ਲੜਾਈ ਹੈ ਸਾਰੀ।
2004 ਤੋਂ ਬਾਅਦ ਜਿਹੜਾ ਵੀ ਮੁਲਾਜ਼ਮ ਭਰਤੀ ਹੋਇਆ ਉਹਦੀ ਪੈਨਸ਼ਨ ਖੋਲੀ ਇਹਨਾਂ ਨੇ। ਜਿਹੜਾ ਇੱਕ MLA ਇੱਕ MP ਇੱਕ ਵਾਰ ਬਣ ਜਾਂਦਾ ਉਹਨੂੰ ਹਰ ਵਾਰ ਦੀ ਪੈਨਸ਼ਨ ਮਿਲਦੀ ਆ। ਜੇ ਮੋਦੀ ਸਾਹਿਬ ਪਹਿਲਾਂ 3 ਵਾਰ MLA ਬਣ ਕੇ ਮੁੱਖ ਮੰਤਰੀ ਬਣੇ ਨੇ ਉਹਦੀ ਪੈਨਸ਼ਨ ਉਹ ਅਲੱਗ ਲੈ ਰਹੇ ਨੇ, 2 ਵਾਰ ਹੁਣ MP ਬਣ ਕੇ ਉਹਦੀ MP ਦੀ ਪੈਨਸ਼ਨ ਅਲੱਗ ਲੈ ਰਹੇ ਨੇ। ਇਹ ਨਿੱਜੀਕਰਨ ਦੇ ਖਿਲਾਫ ਸਾਰਾ ਮਸਲਾ ਇਹ ਕਾਲੇ ਅੰਗਰੇਜ਼ਾਂ ਦੇ ਖਿਲਾਫ ਲੜਾਈ ਆ। ਇਹ ਕੋਈ ਸਿੱਖ ਦੀ ਇਹ ਕੋਈ ਹਿੰਦੂ ਦੀ ਲੜਾਈ ਨਹੀਂ ਹੈਗੀ, ਇਹ ਕੌਮ ਦੀ ਲੜਾਈ ਆ। ਅੱਜ ਹਿੰਦੁਸਤਾਨ ਪੂਰਾ ਵਰਲਡ ਦੇਸ਼ ਦੀ ਆਜ਼ਾਦੀ ਦੂਸਰੀ ਲੜਾਈ ਲੜ ਰਿਹਾ ਔਰ ਕਦੇ ਵੀ ਪੰਜਾਬ ਨੇ ਹਮੇਸ਼ਾ ਲੀਡ ਕੀਤਾ, ਚਾਹੇ ਅਸੀਂ 2% ਆ, ਪਰ ਜਦੋਂ ਪੰਜਾਬ ਨੇ ਜਿਹਨੂੰ ਕੱਲ ਨੂੰ ਲੀਡ ਕੀਤਾ ਉਹ ਸਿਰੇ ਲਾਈ ਆ ਗੱਲ। ਚਾਹੇ ਉਹ ਅਹਿਮਦ ਸ਼ਾਹ ਅਬਦਾਲੀ ਸੀ, ਚਾਹੇ ਉਹ ਮੁਗਲ ਸੀਗੇ। ਜਦੋਂ ਪੰਜਾਬ ਆਪਦੀ ਆਈ ਤੇ ਆ ਗਿਆ, ਸਾਡੇ ਵਾਸਤੇ ਬਹੁਤ ਪਵਿੱਤਰ ਮਹੀਨਾ ਚੱਲ ਰਿਹਾ ਪੋਹ ਦਾ। ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਦਾ ਪਰਿਵਾਰ ਵਾਰਿਆ ਸੀ ਔਰ ਉਦੋਂ ਨਾਅਰਾ ਦਿੱਤਾ ਸੀ ਵੀ 4 ਮੂਹੇ ਤੋਂ ਕਿਆ ਹੋਆ ਜੀਵਤ ਕੀ ਹਜ਼ਾਰ। ਆ ਸਾਰੇ ਹਜ਼ਾਰਾਂ ਲੱਖਾਂ ਉਹਨਾਂ ਦੀ ਅਸੀਂ ਸੰਤਾਨ ਆ। ਅਸੀਂ ਕੋਈ ਜੋਸ਼ ਠੰਡਾ ਨਹੀਂ ਹੈਗਾ। ਮੋਦੀ ਸਾਹਿਬ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਇਹ ਦੇਸ਼ ਦੀ ਆਜ਼ਾਦੀ ਦੀ ਦੂਸਰੀ ਲੜਾਈ ਆ, ਜਿਹਨੂੰ ਪੰਜਾਬ ਦਸ਼ਮੇਸ਼ ਪਿਤਾ ਦੇ ਪੁੱਤਰ ਮੂਹਰੇ ਹੋ ਕੇ ਲੜ ਰਹੇ ਨੇ। ਇਹ ਕਿਸੇ ਧਰਮ ਦਾ ਕਿਸੇ ਫਿਰਕੇ ਦਾ ਇਕੱਠ ਨਹੀਂ ਹੈਗਾ, ਨਾ ਇਹ ਖਾਲਿਸਤਾਨੀਆਂ ਦਾ। ਅਸੀਂ ਰਾਸ਼ਟਰਵਾਦੀ ਹਾਂ। अच्छा ये बताइए, सरकार तो अपने फैसले से हट नहीं रही है, तो आपका क्या रहेगा? आपका भी ये आंदोलन जारी रहेगा? अगर वो नहीं हटेंगे तो आप भी नहीं हटेंगे? ਮੈਂ ਇੱਕ ਗਵਰਨਮੈਂਟ ਬੁਲਾਈ ਆ ਦੀ ਰੈਵਨਿਊ ਪਟਵਾਰ, ਜਿਵੇਂ ਪੰਜਾਬ ਦਾ ਸਟੇਟ ਦਾ ਪ੍ਰੈਜ਼ੀਡੈਂਟ ਆ। ਸਮੁੱਚੇ ਮੁਲਾਜ਼ਮ ਸੁਪਰੀਮ ਕੋਰਟ ਦੇ ਜਿਹੜੇ ਐਡਵੋਕੇਟ ਨੇ, ਸਭ ਤੋਂ ਸਾਡੀ ਵੱਡੀ ਮੰਦਰ ਸੁਪਰੀਮ ਕੋਰਟ ਆ, ਉਹ ਐਡਵੋਕੇਟ ਨੇ ਪਹਿਲੀ ਵਾਰ ਕਿਸੇ ਸੰਘਰਸ਼ ਦੇ ਵਿੱਚ ਹਮਾਇਤ ਕੀਤੀ ਆ। ਇਟ ਮੀਨਸ ਸਾਰਾ ਜਿਹੜਾ ਦੇਸ਼ ਜਿਹੜੀ ਆਵਾਜ਼ ਆ ਦੇਸ਼ ਦੀ ਉਹ ਬਿਲਕੁਲ ਸੱਚੀ ਆ। ਖੇਤੀ ਕਾਨੂੰਨ ਬਾਰ-ਬਾਰ ਤੁਹਾਨੂੰ ਕਹਿ ਰਹੇ ਨੇ ਸਾਡੇ ਫਾਇਦੇ ਵਾਸਤੇ ਨੇ, ਸਾਡੇ ਬਿਲਕੁਲ ਫਾਇਦੇ ਵਾਸਤੇ ਨਹੀਂ ਹੈਗੇ। ਉਹ ਨਿੱਜੀਕਰਨ ਕਿਸੇ ਦੇ ਫਾਇਦੇ ਵਾਸਤੇ ਨਹੀਂ ਹੁੰਦਾ। ਨਿੱਜੀਕਰਨ ਗੁਲਾਮੀ ਆ। ਕਾਲੇ ਅੰਗਰੇਜ਼ਾਂ ਦਾ ਬਿਲਕੁਲ ਰਾਜ ਹੋਣ ਜਾ ਰਿਹਾ ਮੋਦੀ ਸਾਹਿਬ ਦੇ ਥਰੂ, ਪਰ ਅੱਜ ਉਹਦੇ ਵਾਸਤੇ ਪੰਜਾਬ ਮੂਹਰੇ ਹਟ ਕੇ ਖੜ ਗਿਆ। ਸਾਰੇ ਹਿੰਦੁਸਤਾਨ ਦਾ ਭਾਈਚਾਰਾ ਖੜ ਗਿਆ, ਚਾਹੇ ਵਕੀਲ ਨੇ ਚਾਹੇ ਮਹਾਜਨ ਕੋਈ ਵੀ ਆ, ਅੱਜ ਬਿਲकुल इस लड़ाई ਦੇ ਵਿੱਚ ਸ਼ਾਮਲ ਆ। अच्छा, आपको ऐसा नहीं लगता किसानों को भी बांट दिया गया है? जो केंद्र सरकार है अलग अलग जगह किसान सम्मेलन कर रही है और वहाँ पर जो जिन किसानों को वो शामिल कर रही है वो बोल रही है कि वो किसान तो हमारे साथ है, उनको कोई प्रॉब्लम नहीं है, लेकिन क्यों पंजाब के किसानों को ही प्रॉब्लम है, क्यों वो धरना दे रहे हैं वहाँ? मैं गुरु ग्रंथ साहब ਤੋਂ ਡਰ ਕੇ ਗੱਲ ਕਹਿਣਾ, ਅੱਜ ਜਿਹੜਾ ਇਹ ਜਿਹੜੀ ਸਟੇਜ ਆ ਇਹ ਬੇਸ਼ੱਕ 31 ਕਿਸਾਨ ਜਥੇਬੰਦੀਆਂ ਦੀ ਆ, ਪਰ ਇਹ ਇੱਕ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜ ਰਹੇ ਹਾਂ ਅਸੀਂ। ਸਾਰੇ ਨੌਜਵਾਨ ਅੱਜ ਕੋਈ ਵੀ ਕਿਸਾਨ ਜਥੇਬੰਦੀ ਇੱਕ ਇਹ ਤੋਂ ਪਿੱਛੇ ਨੂੰ ਮੂੰਹ ਦਾ ਕਰਕੇ ਦੇਖੇ ਨਾ, ਅਸੀਂ ਕਿਸੇ ਨੂੰ ਵਿਕਣ ਨਹੀਂ ਦਿੰਦੇ। ਪਹਿਲਾਂ ਸਾਰਾ ਕੁਝ ਚੱਲਿਆ, ਲੀਡਰ ਵੀ ਵਿਕਦੇ ਆਏ ਨੇ, ਸਿਆਸਤਦਾਨ ਵਿਕਦੇ ਨੇ, ਸਾਰਾ ਕੁਝ ਵਿਕਦਾ, ਸਾਰਾ ਕੁਝ ਪਕਾਊਗਾ। ਆਪਾਂ ਦੇਖਦੇ ਹਾਂ ਸਰਕਾਰਾਂ ਵਿਕਦੀਆਂ ਨੇ, ਸਰਕਾਰਾਂ ਤੋੜਦੇ ਨੇ। ਦੇਖੋ ਤੁਸੀਂ ਤੁਹਾਡੇ ਸਾਹਮਣੇ ਆ, ਮਹਾਰਾਸ਼ਟਰ ਦਾ ਤੁਹਾਡੇ ਸਾਹਮਣੇ ਆ, MLA ਵਿਕਦੇ ਨੇ, MP ਵਿਕਦੇ ਨੇ। ਪਰ ਜੋ ਅੱਜ ਇਹ ਮੁੱਦਾ ਜਿਹੜੇ ਸਾਨੂੰ ਅਸੀਂ ਲੀਡ ਕਰਨ ਵਾਸਤੇ ਮੂਹਰੇ ਲਾਏ ਨੇ, आपको नहीं लगता किसानों को भी बांटने की कोशिश कर रही है केंद्र सरकार इस तरीके से? ਕੋਈ ਨਹੀਂ ਵੱਟਦਾ ਜੀ। ਗੁਰੂ ਗੋਬਿੰਦ ਸਿੰਘ ਜੀ ਦਾ, ਗੁਰੂ ਨਾਨਕ ਦੇਵ ਜੀ ਦਾ ਆਸ਼ੀਰਵਾਦ ਹੈ ਇਸ ਅੰਦੋਲਨ ਦੇ ਵਿੱਚ। ਸਾਡੀ ਮਿੱਟੀ ਦੀ ਲੜਾਈ ਆ, ਸਾਡੀ ਪੱਗ ਦੀ ਲੜਾਈ ਆ। ਕਿਸੇ ਨੂੰ ਅਸੀਂ ਵਿਕਣ ਨਹੀਂ ਦਿੰਦੇ ਹੈਗੇ। ਨਾ ਕੋਈ ਵਿਕ ਕੇ ਇੱਥੋਂ ਬਾਰਡਰ ਨਹੀਂ ਟੱਪ ਸਕਦਾ। ਇੱਥੋਂ ਅਸੀਂ 100 ਮੀਟਰ ਨਹੀਂ ਕਿਸੇ ਨੂੰ ਜਾਣ ਦਿੰਦੇ। ਇੱਥੋਂ ਵਿਕ ਕੇ ਕੋਈ ਨਹੀਂ ਵਿਕਦਾ ਹੈਗਾ। ਜੋ ਡਰਾਮੇਬਾਜ਼ੀ ਕਰ ਰਹੇ ਨੇ, ਠੀਕ ਆ, ਉਹ ਪਿਛਲੇ ਟਾਈਮ ਦੇ ਵਿੱਚ ਹੁੰਦਾ ਰਿਹਾ, ਪਰ ਅੱਜ ਜਿਹੜਾ ਇਹ ਅੰਦੋਲਨ ਆ ਉਹ ਉਸ ਲੈਵਲ ਨੂੰ ਪਾਰ ਕਰ ਚੁੱਕਿਆ। ਅੱਜ ਕੋਈ ਨਾ ਵਿਕ ਸਕੇ, ਨਾ ਕਿਸੇ ਨੂੰ ਕੋਈ ਖਰੀਦ ਸਕੇ। ਤੁਸੀਂ ਮੈਡਮ ਜਿਹੜੀ ਗੱਲ ਕਰ ਰਹੇ ਹੋ ਨਾ ਵੀ ਇਹ ਸਰਕਾਰ ਵੱਖ ਕਰਨ ਦੀ ਮਤਲਬ ਉਹ ਕਰ ਰਹੀ ਆ, ਉਹ ਟ੍ਰਿਕਸ ਹਰੇਕ ਚੀਜ਼ ਖੇਡ ਰਹੀ ਆ, ਹਰੇਕ ਟ੍ਰਿਕਸ ਖੇਡ ਰਹੀ ਆ। ਉਹ ਇਹ ਵੀ ਕਹਿ ਦਿੰਦੀ ਹੈ ਵੀ ਸ਼ਾਇਦ ਇਹਨਾਂ ਨੂੰ ਸਮਝ ਨਹੀਂ ਹੈਗੀ ਵੀ ਇਹ ਪਿੰਡੂ ਨੇ ਹੈਗੇ, ਕਿਸਾਨ ਨੇ, ਅਨਪੜ੍ਹ ਨੇ, ਪਰ ਉਹਨੂੰ ਨਲਾਇਕ ਨੂੰ ਇਹ ਨਹੀਂ ਪਤਾ। आपको कह रहे हैं कि आप लोगों को गुमराह किया जा रहा है? ਮੇਨ ਗੱਲ ਹੈ ਜਿਹੜੀ ਉਹ ਪੈਸਿਆਂ ਪਿੱਛੇ ਉਹਨੂੰ ਕਿਸਾਨ ਨਹੀਂ ਦਿਖ ਰਹੇ। ਕਿਸਾਨ ਦੇ ਮੁੰਡੇ ਉਹਨਾਂ ਨਾਲ ਵਕੀਲ ਵੀ ਖੜੇ ਨੇ। ਉਹ ਵਕੀਲ ਜਦੋਂ ਆਪ ਗੱਲ ਕਹਿ ਰਹੇ ਨੇ ਕਿ ਉਹ ਅਨਪੜ੍ਹ ਹੋ ਗਏ ਨੇ, ਦੇਸ਼ ਦੇ ਜਿਹੜੇ ਆਪ ਵਕੀਲ ਨੇ, ਕਿਸਾਨ ਦੇ ਮੁੰਡੇ ਆਪ ਪੋਸਟ ਗ੍ਰੈਜੂਏਟ ਤੱਕ ਪੜ੍ਹੇ ਹੋਏ ਨੇ। ਹੋਰ ਦੱਸੋ ਮੈਨੂੰ, ਉਹ 3 ਬਿੱਲ ਪੜ੍ਹਨ ਵਾਸਤੇ ਇੰਗਲਿਸ਼ ਬਿੱਲ ਨੇ, ਉਹ ਇੱਕ ਗ੍ਰੈਜੂਏਸ਼ਨ ਦਾ ਬੰਦਾ ਵੀ ਪੜ੍ਹ ਸਕਦਾ। ਜਦੋਂ ਪੋਸਟ ਗ੍ਰੈਜੂਏਟ ਵਾਲਾ ਜਦੋਂ ਹੋ ਗਏ, ਉਹ ਕਿਉਂ ਨਹੀਂ ਸਮਝ ਸਕਦੇ ਉਸ ਗੱਲ ਨੂੰ? ਇਹਦਾ ਸਿਰਫ ਇੱਕ ਜਿਹੜੇ ਘਰੇ ਬੈਠੇ ਨੇ ਨਾ ਲੋਕੀ ਜਿਹੜੇ, ਉਹਨਾਂ ਨੂੰ ਸਿਰਫ ਮੋਦੀ ਐ ਮਤਲਬ ਛਾਤੀ ਤਾਣ ਕੇ ਕਹਿੰਦਾ ਇਹ 3 ਬਿੱਲ ਬਹੁਤ ਕਾਮ ਕੇ ਹੈ। ਉਹਨੂੰ ਮੂਰਖ ਬੰਦੇ ਨੂੰ ਪੁੱਛੇ ਵੀ ਜੇ ਤੂੰ ਟਿਕਾਣ ਨਾਲ ਤੂੰ ਇਹ ਗੱਲ ਕਹਿ ਦੇਂਗਾ ਕਿ ਅਸੀਂ ਤੇਰੀ ਗੱਲ ਮੰਨ ਲਾਂਗੇ। ਅਸੀਂ ਸਾਨੂੰ ਨਹੀਂ ਸਮਝ ਆਉਂਦੀ ਸਰਕਾਰ ਦੀਆਂ ਸਿਰਫ ਟ੍ਰਿਕਸ ਹੁੰਦੀਆਂ ਨੇ ਇਹ ਕਹਿਣ ਦੀਆਂ। ਤੁਹਾਡੇ ਮੈਂ ਮਾਧਿਅਮ ਤੋਂ ਕਹਿਣਾ ਚਾਹਣਾ, ਮੋਦੀ ਸਾਹਿਬ ਨੂੰ ਦੁਨੀਆ ਨੇ, ਆਪਣੇ ਇੰਡੀਆ ਨੇ ਲੋਕਤੰਤਰ ਦੇ ਵਿੱਚ ਸੁਪਰੀਮ ਪਾਵਰ ਬਣਾਇਆ। ਦੂਸਰੀ ਵਾਰ ਬਣੇ ਨੇ ਪ੍ਰਧਾਨ ਮੰਤਰੀ। ਉਹ ਨੋਟਬੰਦੀ ਲੈ ਕੇ ਆਏ, ਕਿ ਉਹ ਲੋਕਾਂ ਦੇ ਫਾਇਦੇ ਵਾਸਤੇ ਸੀਗੀ। GST ਲੈ ਕੇ ਆਏ। ਉਹਨਾਂ ਦੀ ਇੱਕ ਵੀ ਨੀਤੀ ਦੱਸੋ ਜਿਹੜੀ ਲੋਕਾਂ ਦੇ ਫਾਇਦੇ ਵਾਸਤੇ ਆ। ਅਸੀਂ ਕਿਵੇਂ ਯਕੀਨ ਕਰ ਲਈ ਉਹਨਾਂ ਦੇ ਉੱਪਰ? ਅੱਜ ਇੱਕ ਸਿਸਟਮ ਚੱਲ ਰਿਹਾ, ਕਿਸਾਨ ਆੜਤੀ ਆ ਮੰਡੀ ਸਿਸਟਮ ਚੱਲ ਰਿਹਾ ਇੱਕ। ਉਹ ਸਿਸਟਮ ਦੇ ਵਿੱਚ ਕੋਈ ਫਾਲਟ ਨਹੀਂ ਸਾਨੂੰ ਨਜ਼ਰ ਆ ਰਿਹਾ। ਉਸ ਸਿਸਟਮ ਨੂੰ ਇੰਪਰੂਵ ਕਰਨ ਦੀ ਗੱਲ ਆਈ ਸੀ, ਨਾ ਕਿ ਸਿਸਟਮ ਨੂੰ ਖਤਮ ਕਰਨ ਦੀ ਗੱਲ ਆਈ ਸੀ। ਮੈਂ ਤੁਹਾਨੂੰ ਪੰਜਾਬ ਦੇ ਮਾਧਿਅਮ ਤੋਂ ਦੱਸਦਾ, ਪੰਜਾਬ ਦੇ ਵਿੱਚ ਬਹੁਤ ਵੱਡੀ ਪੱਧਰ 'ਤੇ ਲਿੰਕ ਰੋਡਾਂ ਬਣ ਚੁੱਕੀਆਂ ਨੇ। ਜੇ ਮੰਡੀ ਖਤਮ ਹੋ ਗਈ, ਸਾਨੂੰ ਰੋਡਾਂ ਪੱਟਣੀਆਂ ਪੈਣਗੀਆਂ। ਕੀ ਮੋਦੀ ਸਾਹਿਬ ਸਾਨੂੰ ਉਸ ਵਾਸਤੇ ਏਡ ਦੇਣਗੇ?
ਸਰਕਾਰ ਦੇ ਨਾਂ ਦੀ ਕੋਈ ਚੀਜ਼ ਨਹੀਂ ਹੈਗੀ, ਕਿਤੇ ਵੀ ਨਹੀਂ ਹੈਗੀ। ਠੀਕ ਹੈ ਨਾ ਗੱਲ। ਇਸ ਕਰਕੇ ਇਹ ਪਹਿਲੀ ਵਾਰ ਆ ਵੀ ਸਾਡੇ ਸਟੇਟ ਦਾ, ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਝੂਠ ਬੋਲ ਰਿਹਾ। ਪਹਿਲਾ ਪ੍ਰਧਾਨ ਮੰਤਰੀ ਜਿਹੜਾ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਦਾ। ਖਾਤੇ ਦੇ ਵਿੱਚ ਪੈਸੇ ਪਾਉਣ ਦੀ ਵੀ ਗੱਲ ਕੀਤੀ ਸੀ ਨੇ, ਕਿਸੇ ਦੇ ਖਾਤੇ 'ਚ ਪੈਸੇ ਆਏ, ਕਾਲਾ ਧਨ ਕਿੱਥੇ ਗਿਆ ਜੀ ਦੱਸੋ? ਇੱਕ ਵੀ ਗੱਲ ਦੱਸਣ ਸਾਡੇ ਕੋਲ। ਔਰ ਸਾਡੇ ਅਸੀਂ ਉਸ ਜੁਝਾਰੂ ਸਾਥੀਆਂ ਦੇ, ਸਾਡੇ ਕਿਸਾਨ ਜਥੇਬੰਦੀਆਂ ਦੇ, ਅਸੀਂ ਉਹਨਾਂ ਨੂੰ ਅਸੀਂ ਸਲੂਟ ਕਰਦੇ ਹਾਂ ਜਿਨ੍ਹਾਂ ਨੇ ਸੀਨੀਅਰ IAS ਲੌਬੀ ਨੂੰ ਟੇਬਲ ਦੇ ਉੱਪਰ ਨਿਰੁੱਤਰ ਕੀਤਾ। ਉਹਨਾਂ ਕੋਲ ਕੋਈ ਜਵਾਬ ਨਹੀਂ ਆਇਆ। ਉਹਨਾਂ ਨੂੰ ਪੂਰਾ ਉਹਨਾਂ ਨੇ ਫੈਕਟ ਦੇ ਨਾਲ ਟੇਬਲ ਟਾਕ ਦੇ ਉੱਪਰ ਬਿਲਕੁਲ ਫੇਲ ਹੋ ਗਿਆ ਸਰਕਾਰ, ਮੰਨਿਆ ਨਾ ਸਰਕਾਰ ਨੇ। ਟੇਬਲ ਟਾਕ ਤੋਂ ਭੱਜਣ ਦੇ ਮਾਰੇ ਹੁਣ ਇਹੋ ਜਿਹੀਆਂ ਗੱਲਾਂ ਕਰ ਰਹੇ ਨੇ। ਇਹ ਸਾਡੇ ਨਾਲ ਬੈਠ ਜਾਣ ਦੁਬਾਰਾ ਟੇਬਲ ਤੇ, ਅਸੀਂ ਦੁਬਾਰਾ ਟੇਬਲ ਟਾਕ ਕਰਨ ਨੂੰ ਤਿਆਰ ਹਾਂ। ਸਾਡੇ ਕਿਸਾਨ ਯੂਨੀਅਨ ਦੇ ਜਿਹੜੇ ਆਗੂ ਨੇ ਸਾਡੇ ਜਾਣ ਨੂੰ ਤਿਆਰ ਨੇ ਦੁਬਾਰਾ। ਦੱਸਣ ਸਾਨੂੰ ਵੀ ਸਾਡੇ ਪਾਸੇ ਕੀ ਫਾयदे ਦੀ ਗੱਲ ਆ। आपको बता दें कि इस वक्त इस कदर ठंड है कि खड़ा होना भी मुश्किल है और ये किसान लोग हैं पिछले 25 दिन से लगातार इसी ठंड पर सड़क पर जो है खुले आसमान के नीचे अपनी रातें बिता रहे हैं। आपसे यही जानना चाहूँगी कि किस कदर ये इतनी ठंड है उसको मैनेज कैसे कर रहे हैं आप लोग? ਠੰਡ ਬਹੁਤ ਜ਼ਿਆਦਾ, ਬਿਲਕੁਲ ਥੋੜੀ ਗੱਲ ਠੀਕ ਹੈ ਜੀ। ਪਰ ਠੰਡ 7 ਸਾਲ ਦੇ ਔਰ 9 ਸਾਲ ਦੇ ਬੱਚੇ ਨਾਲੋਂ ਜ਼ਿਆਦਾ ਨਹੀਂ ਹੈਗੀ। ਇਸੇ ਪੋਹ ਦੇ ਮਹੀਨੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਦੇ ਚਾਰੇ ਪੁੱਤਰਾਂ ਨੇ ਸ਼ਹਾਦਤ ਦਿੱਤੀ ਸੀ। ਅਸੀਂ 7 ਸਾਲ ਜਾਂ 9 ਸਾਲ ਦੇ ਬੱਚਾ ਜਦ ਇੱਕ ਧਰਮ ਵਾਸਤੇ ਐਡੀ ਬੜੀ ਸ਼ਹਾਦਤ ਦੇ ਸਕਦਾ, ਸਾਡੇ ਵਾਸਤੇ ਕੋਈ ਵੱਡੀ ਗੱਲ ਨਹੀਂ। ਅਸੀਂ ਉਹਨਾਂ ਦੀ ਸੰਤਾਨ ਆ। ਸਾਡੇ ਵਾਸਤੇ ਠੰਡ ਕੋਈ ਗੱਲ ਨਹੀਂ, ਸਾਡੇ ਵਾਸਤੇ ਬਾਰਿਸ਼ ਕੋਈ ਗੱਲ ਨਹੀਂ। ਇਹ ਗੱਲ ਸਾਰਾ ਕੁਝ ਦੇਖ ਚੁੱਕੇ ਨੇ ਪਹਿਲਾਂ। ਇੱਥੇ ਬਾਰਿਸ਼ ਦੇ ਵਿੱਚ ਵੀ ਧਰਨਾ ਇਸੇ ਤਰ੍ਹਾਂ ਚੱਲਿਆ। ਔਰ ਇਹ ਵੀ ਗੱਲ ਤੁਹਾਨੂੰ ਸਾਬਤ ਕਰਨੀ ਚਾਹੁੰਦੇ ਹਾਂ ਕਿ ਇੱਥੇ ਜਿਹੜੇ ਸਾਥੀ ਬੈਠੇ ਨੇ ਸਿਰਫ ਅਜੇ 5% ਬੰਦੇ ਨੇ ਇਹ ਜਿਹੜੇ ਇੱਥੇ ਬੈਠੇ ਨੇ। ਬਾਕੀ ਇਹਨਾਂ ਦੇ ਪਿੱਛੇ ਸਾਰਾ ਕੁਝ ਖੜਾ, ਸਾਰਾ ਵਰਲਡ ਖੜਾ ਇਹਨਾਂ ਦੇ ਪਿੱਛੇ। ਹੁਣ सरकार के इस फैसले के सामने आपके इस आंदोलन में 22 किसान जो है अपनी जान गंवा चुके हैं। कैसा महसूस होता है कि सरकार अपने फैसले से पीछे नहीं हट रही है और रोज़ किसान जो है, आप लोगों के भाई लोग जो है, कभी बीमारी से, कभी ठंड के चलते अपनी जान गंवा रहे हैं और कोई तो अब सुसाइड तक कर लेता है? ਦੇਖੋ, ਜ਼ਿੰਦਗੀ ਔਰ ਮੌਤ ਆ ਜਿਹੜੀ ਉਹ ਪਰਮਾਤਮਾ ਦੇ ਹੱਥ ਆ। ਉਹਦੇ ਵਿੱਚ ਕਿਸੇ ਦਾ ਕੋਈ ਜ਼ੋਰ ਨਹੀਂ ਹੈਗਾ। ਪਰ ਜਿਹੜੇ ਸਾਡੇ ਸਾਥੀ ਆ ਇਸ ਅੰਦੋਲਨ ਕਰਕੇ ਜਾਨ ਜਾ ਰਹੀ ਆ, वो बिल्कुल परमात्मा देख रहे हैं। आप सरकार के एतबार से कहिए कि सरकार इस बात को भी कंसीडर नहीं करी कि एक आंदोलन किसानों का चल रहा है, देश के अन्नदाता जो है वो सड़क पर है, अपनी जान गंवा रहे हैं, लेकिन सरकार जो है अपने फैसले से पीछे नहीं हट रही है। तो आप उस पर क्या कहेंगे? आप इस तरीके से कैसे सोचते हैं? मैं आपके माध्यम से यही बात कह रहा हूँ कि सरकार ਨਾਲ कोई चीज़ है नहीं जी। ਹੁਣ ਲੋਕਤੰਤਰ ਦਾ, ਡੈਮੋਕ੍ਰੇਸੀ ਤਾਂ ਖਤਮ ਹੋ ਰਹੀ ਆ। ਡਾਕਟਰ ਭੀਮ ਰਾਓ ਅੰਬੇਦਕਰ ਨੇ ਜਿਹੜਾ ਸਾਡੇ ਵਾਸਤੇ ਸੰਵਿਧਾਨ ਲਿਆਂਦਾ ਸੀ, ਉਹ ਸਿਰਫ ਇੱਕ ਕਿਤਾਬ ਰਹਿ ਗਿਆ। ਉਹ 'ਚ ਇੰਨੀਆਂ ਕਮੈਂਡਮੈਂਟਾਂ ਕਰ ਦਿੱਤੀਆਂ, ਚਾਹੇ ਉਹ ਖੇਤੀ ਸੁਧਾਰ ਬਿੱਲ ਆ ਗਏ, ਚਾਹੇ ਉਹ NRC ਆ ਗਿਆ, ਜਿੰਨੇ ਵੀ ਕਾਨੂੰਨ ਆਏ ਨੇ ਸਾਰੇ ਉਹਦੇ ਵਿੱਚ ਅਮੈਂਡਮੈਂਟ ਕੀਤੀ ਆ। ਬਿਲਕੁਲ ਦੇਸ਼ ਦੇ ਸੰਵਿਧਾਨ ਦੇ ਬਰਾਬਰ ਸਾਡਾ ਗੁਰੂ ਗ੍ਰੰਥ ਸਾਹਿਬ ਆ, ਜਿਹਦਾ ਅੱਖਰ ਜੋ ਲਿਖਤਾ ਉਹ ਲਿਖਿਆ ਹੋਇਆ। ਪਰ ਦੇਸ਼ ਦਾ ਜੋ ਸੰਵਿਧਾਨ ਲਾਗੂ ਹੋਇਆ ਸੀਗਾ ਸਾਡਾ 1950 ਦੇ ਵਿੱਚ, ਉਹ ਸਾਰਾ ਇਹਨਾਂ ਨੇ ਬਦਲਤਾ। ਤਾਂ ਹੀ ਅਸੀਂ ਕਹਿ ਰਹੇ ਹਾਂ ਵੀ ਦੇਸ਼ ਦੀ ਆਜ਼ਾਦੀ ਦੂਸਰੀ ਲੜਾਈ ਆ। ਇਹ ਇਕੱਲਾ ਕਿਸਾਨ ਦਾ ਮੁੱਦਾ ਨਹੀਂ ਹੈਗਾ। ਅੱਜ ਤੁਹਾਨੂੰ ਕਿਸਾਨ ਦਿਖ ਰਿਹਾ ਪਿਕਚਰ ਦੇ ਵਿੱਚ, ਪਰ ਕਿਸਾਨ ਦੇ ਨਾਲ ਸਾਰਾ ਕੁਝ ਖਤਮ ਹੋਣਾ। ਛੋਟਾ ਦੁਕਾਨਦਾਰ ਵੀ ਖਤਮ ਹੋਣਾ, ਮੰਡੀ ਖਤਮ ਹੋਣੀ, ਬਾਜ਼ਾਰ ਖਤਮ ਹੋ ਜਾਣਾ ਜੀ। ਇਸ ਕਰਕੇ ਕਹਿ ਰਹੇ ਹਾਂ ਵੀ ਦੇਸ਼ ਦੀ ਆਜ਼ਾਦੀ ਦੀ ਦੂਸਰੀ ਲੜਾਈ ਹੈ ਇਹ। बहरहाल आप देखेंगे कि जहां एक पूरा देश जो है इस वक्त ठंड में अपनी रज़ाइयों में दुबक कर बैठा हुआ है, वहीं जो देश के अन्नदाता है, किसान है, वो सड़क पर है, इसी तरह खुले आसमान के नीचे सर्दी का सामना कर रहे हैं। और ये सर्द रात भी जो है किसानों के हौसले को मात नहीं दे पा रही। अब देखना ये होगा कि किसानों के इस हौसले के सामने सरकार अपने फैसले को बदल पाने में मजबूर होती है या नहीं। फ़िलहाल के लिए इतना ही, शुक्रिया।